ਕਹਾਣੀ ਦਾ ਨਾਂ ਹੈ ਸਬੱਬ ਤੇ ਕਹਾਣੀਕਾਰ ਹਨ ਹਰਜੀਤ ਅਟਵਾਲ। ਪੂਰਬੀ ਲੰਡਨ ਤੋਂ ਪੱਛਮੀ ਲੰਡਨ ਜਾਣਾ ਕੋਈ ਸੌਖੀ ਗੱਲ ਨਹੀਂ। ਟ੍ਰੈਫਿਕ ਦਾ ਪੂਰਾ ਦਰਿਆ ਪਾਰ ਕਰਕੇ ਜਾਣਾ ਪੈਂਦਾ ਹੈ। ਜ਼ਰੂਰੀ ਕੰਮਾਂ ਨੂੰ ਵੀ ਆਦਮੀ ਫਿਰ ਕਦੇ ਤੇ ਟਾਲਦਾ ਰਹਿੰਦਾ ਹੈ। ਐਵੇਂ ਹੀ ਸਤਿਪ੍ਰਕਾਸ਼ ਸੀ। ਗੁਰਮੀਤ ਮਰੀ ਨੂੰ 10 ਦਿਨ ਹੋ ਗਏ ਸਨ, ਪਰ ਸਤਿਪ੍ਰਕਾਸ਼ ਹਾਲੇ ਤੱਕ ਅਫਸੋਸ ਕਰਨ ਨਹੀਂ ਸੀ ਜਾ ਸਕਿਆ। ਪਿਛਲੇ ਦਿਨੀਂ ਓਵਰਟਾਈਮ ਵੀ ਵਾਹਵਾ ਮਿਲਦਾ ਰਿਹਾ ਸੀ। ਗੁਰਜੰਟ ਨਾਲ ਫੋਨ 'ਤੇ ਹੀ ਗੱਲ ਹੋਈ ਸੀ। ਸੰਖੇਪ ਜਿਹਾ ਅਫਸੋਸ। ਤਾਏ ਨਾਲ ਵੀ ਫੋਨ 'ਤੇ ਦੁੱਖ ਸਾਂਝਾ ਕਰ ਲਿਆ ਸੀ, ਪਰ ਫੋਨ 'ਤੇ ਕੀਤਾ ਅਫਸੋਸ ਵੀ ਅਫਸੋਸ ਹੁੰਦਾ। ਅਸਲ ਦੁੱਖ ਦੀ ਸਾਂਝ ਤਾਂ ਆਮੋ ਸਾਹਮਣੇ ਬੈਠ ਕੇ ਹੁੰਦੀ ਹੈ। ਸੋਚਦਿਆਂ ਸੋਚਦਿਆਂ ਇੱਕ ਦਿਨ ਸਤਿਪ੍ਰਕਾਸ਼ ਨੇ ਸਾਊਥ ਹਾਲ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ। ਨਾਲੇ ਦਾਗਾਂ ਦੀ ਤਾਰੀਖ ਦਾ ਪਤਾ ਕਰੇਗਾ, ਨਾਲੇ ਅਫਸੋਸ ਕਰ ਲਵੇਗਾ। ਤਾਏ ਨੂੰ ਮਿਲਿਆਂ ਵੀ ਦੇਰ ਹੋ ਗਈ ਸੀ। ਇੰਨਾ ਕੁ ਉਸ ਨੂੰ ਪਤਾ ਚੱਲ ਚੁੱਕਾ ਸੀ ਕਿ ਦਾਗਾਂ ਦੀ ਤਾਰੀਖ ਇਸ ਲਈ ਨਹੀਂ ਰੱਖੀ ਕਿ ਭਾਰਤੋਂ ਕਿਸੇ ਦੇ ਪੁੱਜਣ ਦੀ ਆਸ ਸੀ। ਗੁਰਜੰਟ ਤੇ ਸਤਿਪ੍ਰਕਾਸ਼ ਇੱਕੋ ਪਿੰਡ ਤੋਂ ਸਨ, ਹਾਣੀ ਸਨ ਤੇ ਦੋਸਤ ਵੀ। ਅਚਾਨਕ ਗੁਰਜੰਟ ਦੀ ਪਤਨੀ ਦੀ ਮੌਤ ਹੋ ਗਈ ਸੀ। ਉਹ ਦੇਹ ਦੀ ਭਾਰੀ ਸੀ, ਬਲੱਡ ਪ੍ਰੈਸ਼ਰ ਦੀ ਮਰੀਜ਼। ਦਿਮਾਗ ਦੀ ਨਾੜੀ ਫਟ ਗਈ। ਪਿੱਛੇ 6 ਕੁ ਸਾਲ ਦੀ ਧੀ ਡਿੰਪਲ ਛੱਡ ਗਈ ਸੀ। ਸਤਿਪ੍ਰਕਾਸ਼ ਤੇ ਉਸ ਦੀ ਬੀਵੀ ਡਿੰਪਲ ਬਾਰੇ ਸੋਚਦੇ ਉਦਾਸ ਹੋ ਜਾਂਦੇ। ਜਿਸ ਰੋਡ 'ਤੇ ਗੁਰਜੰਟ ਦਾ ਘਰ ਸੀ, ਉਸੇ ਰੋਡ ਅਖੀਰ 'ਤੇ ਤਾਇਆ ਮੱਖਣ ਸਿੰਘ ਵੀ ਰਹਿੰਦਾ ਸੀ। ਉਸਨੇ ਗੁਰਜੰਟ ਨੂੰ ਆਪਣਾ ਪੁੱਤ ਬਣਾ ਕੇ ਬਰਤਾਨੀਆ ਲੰਘਾਇਆ ਸੀ। ਜਦ ਸਤਿਪ੍ਰਕਾਸ਼ ਉੱਥੇ ਆਇਆ ਤਾਂ ਮੱਖਣ ਸਿੰਘ ਦੇ ਘਰ ਹੀ ਠਹਿਰਿਆ ਸੀ। ਉਹ ਵੀ ਮੱਖਣ ਸਿੰਘ ਦਾ ਪਿਓਾਂ ਵਾਲਾ ਸਤਿਕਾਰ ਕਰਦਾ ਸੀ। ਤਾਏ ਮੱਖਣ ਸਿੰਘ ਨੂੰ ਮਿਲਣ ਦਾ ਵੀ ਵੱਖਰਾ ਹੀ ਲੁਤਫ ਸੀ। ਉਹ ਰੰਮ ਦੀਆਂ ਚੁਸਕੀਆਂ ਲੈਂਦਾ, ਜਵਾਨੀ ਦੀਆਂ ਗੱਲਾਂ ਸੁਣਾਉਣ ਲੱਗਦਾ। ਸਤਿਪ੍ਰਕਾਸ਼ ਦਾ ਬਾਪ ਤਾਏ ਦਾ ਦੋਸਤ ਰਿਹਾ ਸੀ। ਉਸ ਦੇ ਕਿੱਸਿਆਂ ਵਿੱਚ ਸ਼ਾਮ ਲੁਭਾਏ ਦਾ ਜ਼ਿਕਰ ਵੀ ਹੁੰਦਾ। ਸਤਿਪ੍ਰਕਾਸ਼ ਨੂੰ ਚੰਗਾ ਚੰਗਾ ਲੱਗਦਾ। ਤਾਏ ਦੀਆਂ ਪਾਕਿਸਤਾਨ ਬਣਨ ਵੇਲੇ ਦੀਆਂ ਕਹਾਣੀਆਂ ਬਹੁਤ ਦਿਲਚਸਪ ਹੁੰਦੀਆਂ। ਹਰ ਘਟਨਾ ਮਸਾਲਾ ਲਾ ਕੇ ਸੁਣਾਉਂਦਾ ਕਿ ਉਹਨਾਂ ਨੇ ਜਾਨਾਂ 'ਤੇ ਖੇਡ ਕੇ ਕਿਵੇਂ ਮੁਸਲਮਾਨਾਂ ਦੀਆਂ ਜ਼ਿੰਦਗੀਆਂ ਬਚਾਈਆਂ, ਕਿਵੇਂ ਸੋਹਣੀਆਂ ਸੋਹਣੀਆਂ ਔਰਤਾਂ ਉਹਨਾਂ ਮੂਹਰੇ ਲੜੀਆਂ ਕੱਢਦੀਆਂ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ, ਕਿਵੇਂ ਲੋਕਾਂ ਨੇ ਜਵਾਨ ਔਰਤਾਂ ਮੱਝਾਂ ਗਾਈਆਂ ਵਾਂਗ ਵੰਡ ਲਈਆਂ, ਪਰ ਉਹ ਤੇ ਸ਼ਾਮ ਲੁਭਾਇਆ ਨਾ ਡੋਲੇ। ਕਿਸੇ ਘਟਨਾ ਬਾਰੇ ਗੱਲ ਕਰਦਾ ਤਾਇਆ ਪੂਰੇ ਦਾ ਪੂਰਾ ਦ੍ਰਿਸ਼ ਅੱਖਾਂ ਸਾਹਮਣੇ ਖੜਾ ਕਰ ਦਿੰਦਾ। ਤਾਏ ਨੂੰ ਮਿਲ ਕੇ ਪਿੰਡ ਦੀ ਯਾਦ ਤਾਜ਼ਾ ਹੋ ਜਾਂਦੀ। ਸਤਿਪ੍ਰਕਾਸ਼ ਕਹਿੰਦਾ, ਤਾਇਆ ਤੈਨੂੰ ਮਿਲ ਲਿਆ ਜਿਵੇਂ ਪਿੰਡ ਘੁੰਮ ਲਿਆ। ਕਈ ਵਾਰ ਸਤਿਪ੍ਰਕਾਸ਼ ਰੋਜ਼ਮर्रा ਦੀ ਜ਼ਿੰਦਗੀ ਤੋਂ ਉੱਬ ਜਾਂਦਾ, ਬੋਰ ਹੋ ਜਾਂਦਾ ਤਾਂ ਸਾਰਾ ਲੰਡਨ ਲੰਘ ਕੇ ਤਾਏ ਕੋਲ ਆ ਜਾਂਦਾ। ਤਾਇਆ ਆਪਣੇ ਰੋਮ ਵਿੱਚ ਆਇਆ ਰੋਲਿਆਂ ਵਾਲੇ ਸਾਲ ਦੀਆਂ ਕਹਾਣੀਆਂ ਸ਼ੁਰੂ ਕਰ ਲੈਂਦਾ। ਸਮਾਂ ਘੰਟਿਆਂ ਦੇ ਘੰਟੇ ਟੱਪ ਜਾਂਦਾ, ਪਤਾ ਹੀ ਨਾ ਚੱਲਦਾ। ਸਤਿਪ੍ਰਕਾਸ਼ ਤਰੋ ਤਾਜ਼ਾ ਹੋ ਕੇ ਮੁੜਦਾ। ਸਤਿਪ੍ਰਕਾਸ਼ ਨੇ ਕਾਰ ਗੁਰਜੰਟ ਦੇ ਘਰ ਅੱਗੇ ਲਿਜਾ ਕੇ ਖੜੀ ਕੀਤੀ। ਗੁਰਜੰਟ ਦੀ ਕਾਰ ਗੈਰ ਹਾਜ਼ਰ ਸੀ, ਭਾਵ ਕਿ ਉਹ ਘਰ ਨਹੀਂ ਸੀ। ਸਤਿਪ੍ਰਕਾਸ਼ ਨੇ ਸੋਚਿਆ ਕਿ ਜੇ ਉਹ ਨਾ ਵੀ ਘਰ ਹੋਇਆ, ਤਾਇਆ ਤਾਈ ਤਾਂ ਹੋਣਗੇ ਹੀ, ਹੋਰ ਲੋਕ ਵੀ ਅਫਸੋਸ ਕਰਨ ਤਾਂ ਆਉਂਦੇ ਹੀ ਹੋਣੇ ਸਨ। ਉਸਨੇ ਘੰਟੀ ਵਜਾਈ। ਥੋੜ੍ਹਾ ਰੁਕ ਕੇ ਇੱਕ ਬੰਦੇ ਨੇ ਦਰਵਾਜ਼ਾ ਖੋਲ੍ਹਿਆ। ਉਸਦੀ ਪੱਗ, ਉਸਦੇ ਚਿਹਰੇ ਦਾ ਰੰਗ, ਉਸਦੀਆਂ ਅੱਖਾਂ ਦੀ ਲਿਸ਼ਕੋਰ, ਇਹ ਸਭ ਕਹਿ ਰਹੇ ਸਨ ਕਿ ਨਵਾਂ ਨਵਾਂ ਆਇਆ ਸੀ। ਉਸਨੇ ਸਤਿਪ੍ਰਕਾਸ਼ ਦਾ ਚਿਹਰਾ ਘੋਖਦਿਆਂ ਕਿਹਾ, ਤੁਸੀਂ ਸੱਤ ਭਾਜੀ ਆ? ਮੈਂ ਜੀ ਦੇਬੀ, ਜੰਟੇ ਦਾ ਸਾਲਾ। ਕਹਿੰਦਿਆਂ ਉਸਨੇ ਸਤਿਪ੍ਰਕਾਸ਼ ਦਾ ਹੱਥ ਫੜਿਆ ਤੇ ਲੌਂਜ ਵਿੱਚ ਲੈ ਤੁਰਿਆ। ਸਤਿਪ੍ਰਕਾਸ਼ ਸੈਟੀ 'ਤੇ ਬੈਠਦਿਆਂ ਗੰਭੀਰ ਹੋ ਕੇ ਅਫਸੋਸ ਦਾ ਮਾਹੌਲ ਬਣਾਉਣ ਲੱਗਾ, ਪਰ ਦੇਬੀ ਉਸ ਵੱਲ ਦੇਖ ਕੇ ਸੰਗ ਭਰੀ ਮੁਸਕਰਾਹਟ ਦੇਈ ਜਾ ਰਿਹਾ ਸੀ। ਉਸਨੇ ਕਿਹਾ, ਮੈਂ ਕੱਲ੍ਹ ਹੀ ਪਿੰਡੋਂ ਆਇਆ ਜੀ। ਮੈਂ ਜੰਟੇ ਤੋਂ ਤੁਹਾਡੇ ਬਾਰੇ ਪੁੱਛੀ ਜਾਂਦਾ। ਮੈਨੂੰ ਰਾਮ ਨੇ ਕਿਹਾ ਸੀ ਤੁਹਾਨੂੰ ਮਿਲਾਂ। ਉਹਨੇ ਹੀ ਮੈਨੂੰ ਤੁਹਾਡਾ ਪਤਾ ਤੇ ਟੈਲੀਫੋਨ ਨੰਬਰ ਦਿੱਤਾ ਸੀ। ਸਤਿਪ੍ਰਕਾਸ਼ ਦੇ ਛੋਟੇ ਭਰਾ ਦਾ ਹਵਾਲਾ ਦਿੰਦਿਆਂ ਉਸਨੇ ਜੇਬ ਵਿੱਚੋਂ ਡਾਇਰੀ ਕੱਢੀ ਤੇ ਖੋਲ੍ਹ ਕੇ ਇੱਕ ਸਫ਼ਾ ਦਿਖਾਇਆ। ਸਤਿਪ੍ਰਕਾਸ਼ ਨੇ ਕਾਹਲ ਨਾਲ ਪੁੱਛਿਆ, ਕਿੱਦਾਂ ਰਾਮ, ਠੀਕ ਆ ਨਾ? ਉਹ ਤਾਂ ਠੀਕ ਠਾਕ ਆ। ਉਹ ਮੇਰੇ ਬਾਰੇ ਵੀ ਕਹਿੰਦਾ ਸੀ ਕਿ ਮਦਦ ਕਰਿਓ। ਕਿਹੋ ਜਿਹੀ ਮਦਦ? ਆ ਜੀ ਇੱਥੇ ਟਿਕਣ ਦੀ। ਇੰਡੀਆ ਦੇ ਹਾਲਾਤਾਂ ਦਾ ਤਾਂ ਤੁਹਾਨੂੰ ਪਤਾ ਹੀ ਆ। ਕਦੇ ਪੱਗਾਂ ਵਾਲੇ ਆ ਗਏ, ਕਦੇ ਕੱਛਿਆਂ ਵਾਲੇ ਤੇ ਕਦੇ ਵਰਦੀਆਂ ਵਾਲੇ। ਉੱਥੇ ਜੀਣ ਦਾ ਕੋਈ ਹੱਜ ਥੋੜ੍ਹੇ ਆ। ਦੇਬੀ ਇੱਕ ਪਲ ਲਈ ਚੁੱਪ ਕੀਤਾ ਤਾਂ ਸਤਿਪ੍ਰਕਾਸ਼ ਨੇ ਅਫਸੋਸ ਦੀ ਗੱਲ ਤੋਰਨੀ ਚਾਹੀ। ਉਸਦੇ ਕੁਝ ਕਹਿਣ ਤੋਂ ਪਹਿਲਾਂ ਹੀ ਦੇਬੀ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ, ਮੈਂ ਤਾਂ ਬੜੇ ਸਾਲਾਂ ਤੋਂ ਜੰਟੇ ਨੂੰ ਲਿਖਦਾ ਸੀ ਵੀ ਕੁਛ ਕਰ। ਇਹ ਤਾਂ ਹੁਣ ਕਿਤੇ ਜਾ ਕੇ ਰੱਬ ਨੇ ਇਹਦੇ ਮਨ ਮਿਹਰ ਪਾਈ।
ਇਸ ਵਾਰ ਸਤਿਪ੍ਰਕਾਸ਼ ਨੇ ਜ਼ਬਰਦਸਤੀ ਹੀ ਆਪਣੀ ਗੱਲ ਵਿੱਚ ਕਸੋੜਦਿਆਂ ਕਿਹਾ, ਗੁਰਮੀਤ ਵਿਚਾਰੀ ਦਾ ਤਾਂ ਬਹੁਤ ਮਾੜਾ ਹੋਇਆ, ਚੰਗੀ ਕੁੜੀ ਸੀ। ਆਹੋ ਜੀ, ਬਹੁਤ ਮਾੜਾ ਹੋਇਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਬਿਮਾਰ ਆ, ਕਦੇ ਚਿੱਠੀ ਨਹੀਂ ਸੀ ਲਿਖਦੀ। ਆ ਤਾਂ ਭਲਾ ਹੋਵੇ ਜੰਟੇ ਦਾ, ਜਿੰਨੇ ਮੇਰੇ ਨਾਂ 'ਤੇ ਤਾਰ ਦੇ ਦਿੱਤੀ, ਮੈਨੂੰ ਵੀਜ਼ਾ ਮਿਲ ਗਿਆ। ਸਤਿਪ੍ਰਕਾਸ਼ ਨੂੰ ਦੇਬੀ ਦਾ ਚਿਹਰਾ ਬਹੁਤ ਕੋਝਾ ਲੱਗਣ ਲੱਗ ਪਿਆ। ਉਹ ਗੁੱਸੇ ਵਿੱਚ ਭਖ ਰਿਹਾ ਸੀ। ਉਸ ਦਾ ਦਿਲ ਕਰਦਾ ਸੀ ਕਿ ਦੇਬੀ ਨੂੰ ਪੁੱਛੇ ਕਿ ਉਹ ਭੈਣ ਦੇ ਸਿਵੇ ਤੋਂ ਠੰਡ ਸੇਕ ਰਿਹਾ, ਉਹ ਕਿਹੋ ਜਿਹਾ ਵੀਰ ਹੈ। ਪਰ ਉਹ ਚੁੱਪ ਰਿਹਾ ਕਿ ਉਸ ਨੂੰ ਪਹਿਲੀ ਵਾਰ ਮਿਲਿਆ ਹੈ। ਇੰਗਲੈਂਡ ਆਉਣ ਦਾ ਚਾਅ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦਾ ਹੈ। ਉਸਨੇ ਦੇਬੀ ਨੂੰ ਗੁਰਜੰਟ ਬਾਰੇ ਪੁੱਛਿਆ ਤਾਂ ਬੋਲਿਆ, ਬਸ ਜੀ ਉਹ ਆਉਣ ਵਾਲੇ ਹੀ ਆ। ਉੱਦਾਂ ਭਾਜੀ ਅੱਜ ਕੱਲ੍ਹ ਵੀਜ਼ਾ ਬਹੁਤ ਮੁਸ਼ਕਲ ਨਾਲ ਮਿਲਦਾ, ਬੜੇ ਸਵਾਲ ਪੁੱਛਦੇ ਆ, ਗਰਮੀ ਲਿਆ ਦਿੰਦੇ ਆ। ਕਿ ਜੇ ਭੈਣ ਨੇ ਤੁਹਾਨੂੰ ਕਦੇ ਚਿੱਠੀ ਨਹੀਂ ਲਿਖੀ ਤਾਂ ਤੂੰ ਹੁਣ ਉਹਦੀ ਮਰੀ 'ਤੇ ਕੀ ਕਰਨ ਜਾਣਾ। ਸਤਿਪ੍ਰਕਾਸ਼ ਨੂੰ ਹੁਣ ਉਸਦਾ ਚਿਹਰਾ ਵਿਚਾਰਾ ਜਾਪਣ ਲੱਗ ਪਿਆ। ਉਸ ਦੀ ਸਾਦਗੀ ਮੇਰੇ ਮੂਹਰੇ ਉਸ ਦਾ ਗੁੱਸਾ ਢਿੱਲਾ ਪੈ ਗਿਆ। ਦੇਬੀ ਆਪਣੀ ਗੱਲ ਜਾਰੀ ਰੱਖਦਾ ਬੋਲਿਆ, ਮੈਂ ਅਫਸਰ ਨੂੰ ਬੜਾ ਠੋਕ ਕੇ ਜਵਾਬ ਦਿੱਤਾ ਬਈ ਸਾਡੇ ਦਸਤੂਰ ਆ ਕਿ ਕੁੜੀ ਦੀ ਜੰਮਣ ਤੋਂ ਮਰਨ ਤੱਕ ਦੀ ਹਰ ਰਸਮ ਅਸੀਂ ਆਪਣੇ ਹੱਥੀਂ ਪੂਰੀ ਕਰਦੇ ਹਾਂ। ਬਸ ਇਸੇ ਨੁਕਤੇ ਮੂਹਰੇ ਅਫਸਰ ਨੂੰ ਕੋਈ ਗੱਲ ਨਾ ਔੜੀ, ਉਹਨੂੰ ਮੋਹਰ ਲਾਉਣੀ ਹੀ ਪਈ। ਸਤਿਪ੍ਰਕਾਸ਼ ਨੂੰ ਮਜ਼ਾਕ ਸੋਚ ਆਇਆ, ਬੋਲਿਆ ਹੁਣ ਮੌਕਾ ਤਾਂ ਹੱਥ ਆਇਆ ਹੀ ਸੀ, ਸਾਰਾ ਟੱਬਰ ਹੀ ਵੀਜ਼ਾ ਲੈ ਲੈਂਦਾ। ਭਾਜੀ ਕਿਰਾਏ ਲਈ ਇੰਨੇ ਪੈਸੇ ਕਿੱਥੋਂ ਆਉਣੇ ਸੀ, ਨਾਲੇ ਇੰਨੀ ਹੇੜ ਨੂੰ ਵੀਜ਼ਾ ਕਿੱਦਾਂ ਮਿਲਦਾ। ਉੱਦਾਂ ਤਾਂ ਮੇਰਾ ਭਾਈ ਮੇਰੇ ਨਾਲ ਜੁੱਤਮ ਜੁੱਤੀ ਹੋ ਪਿਆ ਸੀ, ਆਖੇ ਮੈਂ ਜਾਣਾ। ਇਹ ਤਾਂ ਜੰਟੇ ਨੇ ਤਾਰ ਹੀ ਮੇਰੇ ਨਾਂ 'ਤੇ ਪਾਈ ਸੀ, ਮੇਰਾ ਦਾਅ ਲੱਗ ਗਿਆ। ਬਾਹਰ ਦਰਵਾਜ਼ਾ ਖੜਕਿਆ। ਦੇਬੀ ਉੱਠਿਆ ਹੀ ਸੀ ਕਿ ਗੁਰਜੰਟ ਅੰਦਰ ਲੰਘ ਆਇਆ। ਸਤਿਪ੍ਰਕਾਸ਼ ਦੇਬੀ ਨਾਲ ਗੱਲਾਂ ਕਰਦਾ ਅਫਸੋਸ ਦੇ ਮੂਡ ਵਿੱਚ ਨਹੀਂ ਸੀ ਰਿਹਾ। ਉਹ ਮੁੜ ਗੰਭੀਰ ਹੋਣ ਦਾ ਯਤਨ ਕਰਨ ਲੱਗਾ, ਪਰ ਗੁਰਜੰਟ ਹੋਰ ਹੀ ਰੁੱਖ ਵਿੱਚ ਸੀ। ਜੱਫੀ ਪਾ ਕੇ ਮਿਲਿਆ, ਚਹਿਕਦਾ ਹੋਇਆ ਬੋਲਿਆ, ਤੂੰ ਇੰਨੇ ਦਿਨ ਕਿੱਥੇ ਰਿਹਾ। ਮੈਂ ਫੋਨ ਕਰਨ ਵਾਲਾ ਹੀ ਸੀ ਅੱਜ, ਬਸ ਕੰਮਕਾਰ ਵਿੱਚ ਵੇਲ ਹੀ ਨਹੀਂ ਲੱਗਾ। ਮੈਂ ਸੋਚਿਆ ਕਿ ਨਾਲੇ ਤੈਨੂੰ ਮਿਲ ਆਵਾਂ, ਨਾਲੇ ਫਿਊਨਰਲ ਦੀ ਡੇਟ ਦਾ ਪਤਾ ਕਰਾਂ। ਫਿਊਨਰਲ ਅਗਲੇ ਬੁੱਧਵਾਰ ਆ। ਚੱਲ ਆ 1 ਮਿੰਟ ਲਈ ਮੇਰੇ ਨਾਲ ਚੱਲ। ਕਿੱਥੇ? ਤੂੰ ਤੁਰ ਤਾਂ ਸਹੀ। ਉਸਨੇ ਸਤਿਪ੍ਰਕਾਸ਼ ਨੂੰ ਬਾਹੋਂ ਫੜ ਤੋਰ ਲਿਆ। ਉਹਨਾਂ ਨੂੰ ਜਾਂਦਿਆਂ ਵੇਖ ਦੇਬੀ ਕਾਹਲੀ ਵਿੱਚ ਕਹਿਣ ਲੱਗਾ, ਭਾਜੀ ਮੇਰਾ ਖਿਆਲ ਨਾ ਭੁੱਲਿਓ। ਰਾਮ ਪ੍ਰਕਾਸ਼ ਕਹਿੰਦਾ ਸੀ ਵੀ ਦੇਬੀ ਲਈ ਕੋਈ ਮੇਮ ਸ਼ੇਮ ਲੱਭ ਕੇ ਇਹਦਾ ਵਿਆਹ ਕਰ ਦਿਓ, ਵਾਪਸ ਨਾ ਮੁੜੇ। ਗੁਰਜੰਟ ਖਿੱਚਦਾ ਹੋਇਆ ਬੁੜਬੁੜਾਇਆ, ਜਿਹੜੀ ਨਿਆਣਿਆਂ ਦੀ ਲਾਈਨ ਉੱਥੇ ਲਾਈ ਹੋਈ ਆ ਉਹਦਾ ਕੌਣ ਜ਼ਿੰਮੇਵਾਰ ਆ। ਦੇਬੀ ਨੇ ਕੋਈ ਜਵਾਬ ਨਾ ਦਿੱਤਾ। ਉਹ ਦੋਵੇਂ ਬਾਹਰ ਆ ਗਏ। ਬਾਹਰ ਆ ਕੇ ਸਤਿਪ੍ਰਕਾਸ਼ ਨੇ ਫਿਰ ਪੁੱਛਿਆ, ਆਪਾਂ ਤਾਏ ਵੱਲ ਚੱਲੇ ਆ। ਤੂੰ ਪੁੱਛ ਘੱਟ ਦੇਖ ਜ਼ਿਆਦਾ, ਤੈਨੂੰ ਸਰਪ੍ਰਾਈਜ਼ ਦੇਣਾ। ਅਫਸੋਸ ਵਾਲੀ ਗੱਲ ਗੁਰਜੰਟ ਦੇ ਨੇੜੇ ਤੇੜੇ ਵੀ ਨਹੀਂ ਸੀ। ਉਹ ਸਤਿਪ੍ਰਕਾਸ਼ ਦੇ ਅੱਗੇ ਤੁਰਦਾ ਗਿਆ। ਥੋੜ੍ਹੇ ਘਰ ਛੱਡ ਕੇ ਖੱਬੇ ਪਾਸੇ ਵੱਲ ਨੂੰ ਇੱਕ ਪਤਲੀ ਗਲੀ ਸੀ, ਜੋ ਕਿ ਇਸ ਰੋਡ ਦੇ ਸਮਾਨਾਂਤਰ ਵਗਦੀ ਰੋਡ ਨਾਲ ਜਾ ਮਿਲਦੀ ਸੀ। ਉਹ ਉਸ ਗਲੀ ਵਿੱਚ ਪੈ ਕੇ ਨਾਲ ਦੀ ਰੋਡ 'ਤੇ ਆ ਗਏ। ਗੁਰਜੰਟ ਨੇ ਇੱਕ ਹਰੇ ਜਿਹੇ ਰੰਗ ਦੇ ਦਰਵਾਜ਼ੇ 'ਤੇ ਜਾ ਦਸਤਕ ਦਿੱਤੀ। ਉਸਨੇ ਸਤਿਪ੍ਰਕਾਸ਼ ਨੂੰ ਗੱਲ ਕਰਨ ਦਾ ਤਾਂ ਕਿ ਇੱਕ ਪਾਸੇ ਸੋਚਣ ਦਾ ਵੀ ਮੌਕਾ ਨਾ ਦਿੱਤਾ। ਇੱਕ ਅਧਖੜ ਉਮਰ ਦੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਦੀ ਅਭਿਨੈ ਕਰਦੀ ਮੁਸਕਰਾਹਟ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ। ਗੁਰਜੰਟ ਦੱਸਣ ਲੱਗਾ, ਭੈਣ ਜੀ ਇਹ ਸੱਤ ਆ ਜਿਹੜੀ ਗੱਲ ਮੈਂ ਕਰਦਾ ਸੀ। ਤਾਇਆ ਲੱਖ ਮੇਰੇ ਨਾਲ ਗੁੱਸੇ ਰਹੇ, ਪਰ ਇਹ ਮੇਰੇ ਨਾਲ ਖੜੂ, ਅਸੀਂ ਭਰਾਵਾਂ ਵਰਗੇ ਦੋਸਤ ਹਾਂ। ਉਸ ਨੂੰ ਹਾਲੇ ਵੀ ਸਮਝ ਨਹੀਂ ਸੀ ਪਈ ਕਿ ਮਾਮਲਾ ਕੀ ਹੈ। ਉਹ ਹੈਰਾਨ ਹੋਈ ਜਾ ਰਿਹਾ ਸੀ। ਦੋਵੇਂ ਫਰੰਟ ਰੂਮ ਵਿੱਚ ਜਾ ਬੈਠੇ। ਉਸ ਔਰਤ ਨੇ ਪੌੜੀਆਂ ਕੋਲ ਖੜ ਕੇ ਉੱਚੀ ਆਵਾਜ਼ ਵਿੱਚ ਕਿਹਾ, ਮਿੰਦਰਜੀਤ ਥੱਲੇ ਆ ਜਾ, ਮੁੰਡਿਆਂ ਲਈ ਚਾਹ ਬਣਾ। ਗੁਰਜੰਟ ਨੇ ਸਤਿਪ੍ਰਕਾਸ਼ ਨੂੰ ਕਿਹਾ, ਇਹ ਸ਼ਿੰਦੋ ਭੈਣ ਜੀ ਆ, ਮੇਰੇ ਨਾਲ ਹੀ ਕੰਮ ਕਰਦੇ ਆ, ਬਹੁਤ ਚੰਗੇ ਆ, ਹਰ ਇੱਕ ਦੇ ਦੁੱਖ ਸੁੱਖ ਵਿੱਚ ਕੰਮ ਆਉਂਦੇ ਆ। ਉਹ ਔਰਤ ਉਹਨਾਂ ਪਾਸ ਹੀ ਬੈਠ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ। ਕੁਝ ਮਿੰਟਾਂ ਵਿੱਚ ਹੀ ਇੱਕ ਕੁੜੀ ਚਾਹ ਦੇ 2 ਕੱਪ ਮਠਿਆਈ ਸਮੋਸੇ ਆਦਿ ਉਹਨਾਂ ਦੇ ਸਾਹਮਣੇ ਰੱਖ ਗਈ। ਜਦ ਉਸ ਕੁੜੀ ਨੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਗੁਰਜੰਟ ਨੇ ਸਤਿਪ੍ਰਕਾਸ਼ ਦੇ ਗੋਡੇ ਵਿੱਚ ਗੋਡਾ ਮਾਰਿਆ। ਕੁਝ ਦੇਰ ਬਾਅਦ ਉਹ ਔਰਤ ਵੀ ਉੱਥੋਂ ਉੱਠ ਕੇ ਚਲੀ ਗਈ। ਗੁਰਜੰਟ ਸਤਿਪ੍ਰਕਾਸ਼ ਨੂੰ ਬੋਲਿਆ, ਤੇਰੇ ਲਈ ਮੈਂ ਇਹ ਭਰਜਾਈ ਪਸੰਦ ਕੀਤੀ ਆ। ਸਾਰੀ ਗੱਲ ਸਤਿਪ੍ਰਕਾਸ਼ ਦੀ ਸਮਝ ਵਿੱਚ ਤਾਰ ਵਾਂਗ ਫਿਰ ਗਈ। ਉਸ ਦਾ ਚੁੱਕਿਆ ਹੋਇਆ ਚਾਹ ਦਾ ਕੱਪ ਮੁੜ ਮੇਜ਼ 'ਤੇ ਆ ਗਿਆ।
ਉਸਨੇ ਕਿਹਾ, ਜੰਟਿਆ ਤੂੰ ਕਾਹਲੀ ਕਰ ਰਿਹਾ। ਨਹੀਂ ਯਾਰ, ਮੈਂ ਕਾਹਲੀ ਨਹੀਂ ਕਰ ਰਿਹਾ, ਮੌਕੇ ਦਾ ਫਾਇਦਾ ਉਠਾ ਰਿਹਾ। ਤੂੰ ਆਪ ਦੱਸ, ਡਿੰਪਲ ਨੂੰ ਮੈਂ ਕਿੱਦਾਂ ਸਾਂਭੂ? ਕੰਮ 'ਤੇ ਵੀ ਜਾਣਾ ਹੋਇਆ। ਇੱਦਾਂ ਦੀ ਪੜ੍ਹੀ ਲਿਖੀ ਕੁੜੀ ਮੁੜ ਕੇ ਨਹੀਂ ਮਿਲਦੀ। ਇਹ ਸ਼ਿੰਦੋ ਭੈਣ ਜੀ ਦੀ ਛੋਟੀ ਭੈਣ ਆ, ਸ਼ਹਿਰ ਨੂੰ ਆਈ ਹੋਈ ਆ। ਹੁਣ ਜੇ ਮੈਂ ਇੰਡੀਆ ਤੋਂ ਕੁੜੀ ਮੰਗਾਵਾਂ ਤਾਂ ਪਤਾ ਨਹੀਂ ਕਿੰਨੀ ਦੇਰ ਲੱਗੇ, ਪਤਾ ਨਹੀਂ ਨੰਗੇ ਵੀ ਕਿ ਨਾ। ਸਤ ਪ੍ਰਕਾਸ਼ ਕੁਝ ਨਾ ਬੋਲ ਸਕਿਆ। ਉਸਨੇ ਬੜੀ ਮੁਸ਼ਕਲ ਨਾਲ ਚਾਹ ਮੁਕਾਈ। ਮਠਿਆਈ ਖਾਣ ਨੂੰ ਉਸਦਾ ਮਨ ਹੈ ਹੀ ਨਹੀਂ ਸੀ। ਉਸਨੇ ਗੁਰਮੀਤ ਦੀ ਮੌਤ ਦਾ ਦੁੱਖ ਗੁਰਜੰਟ ਨਾਲ ਸਾਂਝਾ ਕਰਨ ਦਾ ਵਿਚਾਰ ਛੱਡ ਦਿੱਤਾ। ਗੁਰਜੰਟ ਤਾਂ ਉਲਟਾ ਖੁਸ਼ ਸੀ। ਉਹ ਉਸ ਨਾਲ ਖੁਸ਼ੀ ਸਾਂਝੀ ਕਰਨ ਦੇ ਹੱਕ ਵਿੱਚ ਵੀ ਨਹੀਂ ਸੀ। ਉਹ ਉੱਥੋਂ ਉਠਾਉਣ ਲਈ ਕਾਹਲਾ ਪੈ ਰਿਹਾ ਸੀ। ਉਹ ਉਸੇ ਪਤਲੀ ਗਲੀ ਰਾਹੀਂ ਮੋੜ ਆਏ। ਸਤ ਪ੍ਰਕਾਸ਼ ਘੜੀ ਦੇਖਦਾ ਬੋਲਿਆ, ਚੰਗਾ ਬਈ ਮੈਂ ਚੱਲਦਾ, ਨਿਰਮਲਾ ਤੇ ਬੱਚੇ ਉਡੀਕਦੇ ਹੋਣਗੇ। ਅੰਦਰ ਆ, ਬੈਠ ਜਰਾ, ਕਾਹਲ ਕਾਹਦੀ ਆ? ਮੈਂ ਬੁੱਧਵਾਰ ਨੂੰ ਆਵਾਂਗਾ। ਉਸਨੇ ਗੁਰਜੰਟ ਤੋਂ ਕਰੀਮੋਟਰੀ ਦਾ ਸਮਾਂ ਤੇ ਪਤਾ ਲਿਆ। ਗੁਰਜੰਟ ਦੇ ਕਹਿੰਦਿਆਂ ਕਹਿੰਦਿਆਂ ਉਹ ਕਾਰ ਵਿੱਚ ਜਾ ਬੈਠਾ। ਉਸਦਾ ਮਨ ਹਿਰਖ ਨਾਲ ਭਰਿਆ ਪਿਆ ਸੀ। ਕਾਰ ਤੋਰਨ ਤੋਂ ਪਹਿਲਾਂ ਉਸਨੇ ਇੱਕ ਵਾਰ ਨਜ਼ਰ ਭਰ ਕੇ ਗੁਰਜੰਟ ਦੇ ਘਰ ਵੱਲ ਦੇਖਿਆ। ਉਹ ਗੁਰਮੀਤ ਨੂੰ ਯਾਦ ਕਰਦਾ ਭਾਵੁਕ ਹੋ ਉੱਠਿਆ। ਉੱਥੋਂ ਕਾਰ ਤੋਰ ਕੇ ਉਸਨੇ ਤਾਏ ਦੇ ਘਰ ਮੂਹਰੇ ਰੋਕ ਲਈ। ਗੁਰਜੰਟ ਦੀਆਂ ਗੱਲਾਂ ਤੋਂ ਪਤਾ ਚੱਲ ਗਿਆ ਸੀ ਕਿ ਤਾਇਆ ਉਸ ਨਾਲ ਨਾਰਾਜ਼ ਸੀ। ਦਰਵਾਜ਼ੇ ਦੀ ਘੰਟੀ ਵਜਾਉਂਦਾ ਉਹ ਸੋਚ ਰਿਹਾ ਸੀ ਕਿ ਉਹ ਹਮੇਸ਼ਾ ਹੀ ਸ਼ਾਮ ਨੂੰ ਰੰਗੀਨ ਬਣਾਉਣ ਉਚੇਚੇ ਤੌਰ 'ਤੇ ਤਾਏ ਕੋਲ ਆਇਆ ਕਰਦਾ ਸੀ। ਅੱਜ ਉਸ ਨੂੰ ਅਫਸੋਸ ਕਰਨ ਆਉਣਾ ਪੈ ਰਿਹਾ ਸੀ। ਤਾਇਆ ਅਤੇ ਤਾਈ ਦੋਵੇਂ ਹੀ ਘਰ ਸਨ। ਉਹਨਾਂ ਦੇ ਦੋਨੋਂ ਮੁੰਡੇ ਆਪਣੇ ਆਪਣੇ ਘਰਾਂ ਵਿੱਚ ਅਲੱਗ ਰਹਿੰਦੇ ਸਨ। ਸਤ ਪ੍ਰਕਾਸ਼ ਨੂੰ ਦੇਖਦਿਆਂ ਹੀ ਤਾਈ ਨੇ ਅੱਖਾਂ ਭਰ ਲਈਆਂ। ਉਹ ਬੋਲਿਆ, ਦੇਖ ਲੈ ਤਾਈ, ਗੁਰਮੀਤ ਭਰਜਾਈ ਸਾਨੂੰ ਛੱਡ ਕੇ ਤੁਰ ਗਈ। ਹਾਂ ਪੁੱਤ, ਮੇਰੀ ਤਾਂ ਉਹ ਧੀ ਸੀ, ਕਹਿ ਕੇ ਤਾਈ ਨੇ ਅੱਖਾਂ ਪੂੰਝੀਆਂ। ਤਾਏ ਨੇ ਹਿਰਖ ਵਿੱਚ ਪੁੱਛਿਆ, ਸਤ ਤੂੰ ਕਿੱਧਰ ਰਹਿਣਾ ਬਈ? ਉਦਣ ਦਾ ਆਇਆ ਹੀ ਨਹੀਂ। ਤਾਇਆ ਮੈਂ ਕੰਮ ਵਿੱਚ ਫਸਿਆ ਰਿਹਾ। ਤਾਈ ਉਹਨਾਂ ਦੇ ਕੋਲ ਬੈਠਦੀ ਕਹਿਣ ਲੱਗੀ ਵੀ ਸਤ ਕਦੇ ਨਿਰਮਲਾ ਨੂੰ ਵੀ ਹਵਾ ਲਵਾ ਲਿਆ ਕਰ। ਫਿਊਨਰਲ ਵਾਲੇ ਦਿਨ ਆਉਗੀ ਤਾਈ। ਤੇਰਾ ਤਾਇਆ ਕਹਿੰਦਾ ਕਿ ਫੋਨ ਕਰ, ਮੁੰਡਾ ਠੀਕ ਵੀ ਹੋਵੇ। ਬਸ ਤਾਈ, ਅਸੀਂ ਫਿਊਨਰਲ ਦੀ ਡੇਟ ਦੀ ਉਡੀਕ ਕਰੀ ਗਏ। ਕੁਝ ਪਲ ਲਈ ਉਹਨੂੰ ਸ਼ਰਮ ਜਿਹੀ ਮਹਿਸੂਸ ਹੋਈ ਕਿ ਉਸਨੂੰ ਪਹਿਲਾਂ ਆਉਣਾ ਚਾਹੀਦਾ ਸੀ। ਫਿਰ ਉਸਨੂੰ ਗੁਰਜੰਟ ਤੇ ਦੇਬੀ ਦਾ ਖਿਆਲ ਆਇਆ। ਉਸ ਨੂੰ ਲੱਗਿਆ ਕਿ ਹੁਣ ਆ ਕੇ ਵੀ ਉਸਨੇ ਗਲਤੀ ਕੀਤੀ ਹੈ। ਤਾਏ ਨੇ ਦੋਨੋਂ ਕੋਹਣੀਆਂ ਗੋਡਿਆਂ 'ਤੇ ਰੱਖ ਹੱਥਾਂ ਦਾ ਜੁੱਟ ਜਿਹਾ ਬਣਾ ਕੇ ਸਤ ਪ੍ਰਕਾਸ਼ ਵੱਲ ਵਧਾਇਆ ਤੇ ਕਹਿਣ ਲੱਗਾ, ਤੈਨੂੰ ਆਪਣੇ ਮਿੱਤਰ ਦੀ ਕਰਤੂਤ ਦਾ ਪਤਾ ਚੱਲਿਆ? ਕਿਹੜੀ ਦਾ? ਇਹੀ ਕਿ ਕਿਸੇ ਅਵਾਰਾ ਜਿਹੀ ਔਰਤ ਦੇ ਟੋਟੇ ਚੜਿਆ ਫਿਰਦਾ। ਉਹ ਇਹਨੂੰ ਆਪਣੀ ਭੈਣ ਨਾਲ ਫਸਾਈ ਜਾਂਦੀ ਆ। ਤਾਇਆ, ਔਰਤ ਦਾ ਤਾਂ ਪਤਾ ਨਹੀਂ ਕਿਹੋ ਜਿਹੀ ਆ। ਹਾਂ, ਕੋਈ ਗੱਲ ਚੱਲ ਰਹੀ ਆ। ਦੁੱਖ ਦੀ ਗੱਲ ਇਹ ਆ ਵੀ ਗੁਰਮੀਤ ਵਿਚਾਰੀ ਨੂੰ ਕਿਸੇ ਕੰਢੇ ਤਾਂ ਲਾ ਲੈਂਦਾ। ਸੱਚੀ ਗੱਲ ਦੱਸਾਂ ਤਾਇਆ, ਇਸੇ ਹਿਰਖ ਮੈਂ ਉਹਦੇ ਕੋਲ ਬੈਠਾ ਨਹੀਂ। ਇਸੇ ਕਰਕੇ ਤਾਂ ਅਸੀਂ ਉੱਧਰ ਗਏ ਨਹੀਂ ਤਾਂ ਮਰਗ ਹੋਈ ਆ। ਸਾਡਾ ਫਰਜ਼ ਬਣਦਾ ਸੀ ਉੱਥੇ ਜਾ ਕੇ ਬੈਠਣਾ। ਅਸੀਂ ਉਹਨੂੰ ਬਹੁਤ ਰੋਕਿਆ, ਬਹੁਤ ਸਮਝਾਇਆ, ਉਹਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਤੇਰਾ ਤਾਇਆ ਕਈ ਦਿਨਾਂ ਤੋਂ ਕਹਿੰਦਾ ਸੀ ਵੀ ਸੱਤ ਨੂੰ ਫੋਨ ਕਰੋ, ਉਹਦਾ ਕਹਿਣਾ ਮੰਨ ਜੇ ਸ਼ਾਇਦ। ਤਾਈ, ਕਹਿਣਾ ਤਾਂ ਉਹਨੂੰ ਮੰਨਣਾ ਹੀ ਪੈਣਾ। ਮੈਂ ਹਾਲੇ ਜ਼ੋਰ ਪਾ ਕੇ ਨਹੀਂ ਕਿਹਾ। ਮੈਂ ਇੰਨਾ ਹੀ ਕਿਹਾ ਸੀ, ਕਾਹਲੀ ਨਾ ਕਰ। ਉਹ ਕਹਿਣ ਲੱਗਾ ਕਿ ਮੇਰੀ ਕੁੜੀ ਕੌਣ ਸੰਭਾਲੂ? ਸੱਤ, ਉਹਦੀ ਕੁੜੀ ਤਾਂ ਅੱਗੇ ਵੀ ਮੈਂ ਹੀ ਸਾਂਭਦੀ ਹਾਂ। ਅੱਜ ਵੀ ਉਹ ਮਨਜਿੰਦਰ ਦੇ ਨਿਆਣਿਆਂ ਨਾਲ ਖੇਡਣ ਚਲੀ ਗਈ। ਕੁੜੀ ਨੂੰ ਤਾਂ ਮੈਂ ਗੁਰਮੀਤ ਦੇ ਜਿੰਦੀ 'ਤੇ ਵੀ ਸਾਂਭਦੀ ਸੀ ਜਦੋਂ ਕੰਮ 'ਤੇ ਜਾਂਦੀ ਸੀ। ਸਤ ਪ੍ਰਕਾਸ਼ ਨੂੰ ਥੋੜ੍ਹੀ ਤਸੱਲੀ ਹੋ ਰਹੀ ਸੀ ਕਿ ਗੁਰਜੰਟ ਨੂੰ ਉਸ ਦੇ ਵਿਵਹਾਰ ਕਾਰਨ ਭੰਡਿਆ ਜਾ ਰਿਹਾ ਸੀ। ਪਰ ਅਜੇ ਤੱਕ ਗੁਰਮੀਤ ਦੀ ਮੌਤ ਨਾਲ ਹੋਣ ਵਾਲੇ ਅਸਰ ਬਾਰੇ ਕੋਈ ਗੱਲ ਨਹੀਂ ਸੀ ਹੋਈ। ਇਹ ਗੱਲ ਉਸ ਨੂੰ ਚੁੱਭ ਰਹੀ ਸੀ। ਉਸਨੇ ਗੱਲ ਤੋਰੀ, ਦੁੱਖ ਦੀ ਗੱਲ ਤਾਂ ਇਹ ਆ ਕਿ ਗੁਰਮੀਤ ਭਰੀ ਜਵਾਨੀ ਵਿੱਚ ਤੁਰ ਗਈ। ਉਸ ਵਰਗੀ ਕੋਈ ਔਰਤ ਨਹੀਂ ਹੋ ਸਕਦੀ, ਹਰ ਵੇਲੇ ਖਿੜੇ ਮੱਥੇ ਮਿਲਣ ਵਾਲੀ। ਤੁਰਨ ਵਾਲੀ ਤਾਂ ਵਿਚਾਰੀ ਤੁਰ ਗਈ। ਹੁਣ ਇਹ ਦੇਖ ਕੀ ਕੜੀ ਘੋਲੀ ਜਾਂਦਾ। ਇਹਨੂੰ ਸਮਝਾ, ਕੁਛ ਅਕਲ ਕਰੇ। ਤੂੰ ਫਿਕਰ ਨਾ ਕਰ ਤਾਈ, ਮੈਂ ਉਹਨੂੰ ਸਮਝਾਊਂਗਾ, ਮੇਰੀ ਗੱਲ ਮੰਨੂਗਾ ਵੀ। ਗੁਰਮੀਤ ਦਾ ਆਖਰੀ ਸੰਸਕਾਰ ਕਰੇ, ਭੋਗ ਪਵਾਏ, ਸਾਰੀਆਂ ਰਸਮਾਂ ਖਤਮ ਕਰਨ ਤੋਂ ਬਾਅਦ ਠੰਡੇ ਦਿਮਾਗ ਨਾਲ ਸੋਚੇ, ਫਿਰ ਵਿਆਹ ਵੀ ਕਰਾ ਲਏ। ਜੇ ਕਰਾਉਣਾ ਹੀ ਆ ਤਾਂ ਆਪਾਂ ਕਿਹੜਾ ਰੋਕਦੇ ਆ। ਇਹੀ ਨਹੀਂ ਪੁੱਤ, ਜਿਸ ਕੁੜੀ ਮਗਰ ਤੁਰਿਆ ਫਿਰਦਾ ਉਸ ਕੁੜੀ ਦਾ ਪਿੱਛਾ ਛੱਡੇ। ਉਹ ਕੁੜੀ ਠੀਕ ਨਹੀਂ, ਉਸਦਾ ਖਾਨਦਾਨ ਠੀਕ ਨਹੀਂ। ਸਤ ਪ੍ਰਕਾਸ਼ ਸੋਚਣ ਲੱਗਾ
ਕਿ ਗੁਰਮੀਤ ਦੀ ਮੌਤ ਦੇ ਦੁੱਖ ਨਾਲੋਂ ਗੁਰਜੰਟ ਦੇ ਵਿਆਹ ਬਾਰੇ ਜ਼ਿਆਦਾ ਚਿੰਤਾਤੁਰ ਸਨ। ਉਸ ਨੂੰ ਜਾਪਿਆ ਕਿ ਤਾਈ ਕੁਝ ਹੋਰ ਵੀ ਕਹਿਣਾ ਚਾਹੁੰਦੀ ਹੈ। ਉਸੇ ਉਡੀਕ ਵਿੱਚ ਉਹ ਚੁੱਪ ਕਰ ਗਿਆ। ਕੁਝ ਦੇਰ ਬਾਅਦ ਤਾਏ ਨੇ ਤਾਈ ਨੂੰ ਕਿਹਾ, ਰਾਜਗੁਰੇ ਉੱਠ, ਮੁੰਡੇ ਨੂੰ ਕੁਝ ਖਾਣ ਨੂੰ ਬਣਾ ਦੇ। ਨਹੀਂ ਤਾਇਆ, ਮੈਂ ਕੁਛ ਨਹੀਂ ਖਾਣਾ, ਘਰ ਜਾ ਕੇ ਰੋਟੀ ਹੀ ਖਾਣੀ ਆ। ਜੇ ਹੁਣ ਕੁਝ ਖਾ ਲਿਆ ਤਾਂ ਫਿਰ ਰੋਟੀ ਨਹੀਂ ਖਾਧੀ ਜਾਣੀ। ਰੋਟੀ ਵੀ ਖਾਵਾਂਗੇ, ਤੂੰ ਫਿਕਰ ਕਿਉਂ ਕਰਦਾ? ਕਹਿੰਦਾ ਹੋਇਆ ਮੱਖਣ ਸਿੰਘ ਉੱਠਿਆ ਤੇ ਰੰਮ ਦੀ ਬੋਤਲ ਤੇ ਕੋਕ ਦੇ ਡੱਬੇ ਚੁੱਕ ਲਿਆਇਆ, ਨਾਲ 2 ਗਲਾਸ ਵੀ। ਸਤ ਪ੍ਰਕਾਸ਼ ਦੇ ਜਿਵੇਂ ਰੋਂਗਟੇ ਖੜੇ ਹੋ ਗਏ ਹੁਣ। ਉੱਠਦਾ ਹੋਇਆ ਬੋਲਿਆ, ਤਾਇਆ ਮੈਂ ਨਹੀਂ ਪੀਣੀ, ਇਹ ਠੀਕ ਨਹੀਂ, ਮੈਂ ਤਾਂ ਅਫਸੋਸ ਕਰਨ ਆਇਆ, ਇਹ ਕੋਈ ਖੁਸ਼ੀ ਦਾ ਮੌਕਾ ਤਾਂ ਨਹੀਂ। ਤਾਏ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਕਹਿਣ ਲੱਗਾ, ਸੱਤ ਪੁੱਤ, ਸ਼ਰਾਬ ਕਿਤੇ ਖੁਸ਼ੀ ਵਿੱਚ ਹੀ ਤਾਂ ਨਹੀਂ ਪੀਤੀ ਜਾਂਦੀ, ਗਮ ਭੁਲਾਉਣ ਦੇ ਕੰਮ ਵੀ ਆਉਂਦੀ ਆ। ਤੂੰ ਬੈਠ ਸਹੀ, ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਸਤ ਪ੍ਰਕਾਸ਼ ਮੁੜ ਆਪਣੀ ਜਗ੍ਹਾ ਬੈਠ ਗਿਆ। ਤਾਏ ਨੇ 2 ਪੈਗ ਬਣਾਏ। ਸਤ ਪ੍ਰਕਾਸ਼ ਕਹਿੰਦਾ ਰਿਹਾ ਕਿ ਉਸ ਲਈ ਨਾ ਪਾਈ ਜਾਵੇ, ਉਹ ਨਹੀਂ ਪੀਵੇਗਾ। ਪਰ ਤਾਏ ਨੇ ਉਸ ਦੀ ਗੱਲ ਸੁਣੇ ਬਿਨਾਂ 1 ਗਲਾਸ ਉਸ ਵੱਲ ਖਿਸਕਾ ਦਿੱਤਾ ਤੇ ਕਹਿਣ ਲੱਗਾ, ਮੇਰਾ ਇੱਕ ਕੰਮ ਆ ਤੇਰੇ ਜੁੰਮੇ। ਇੱਦਾਂ ਕਹਿ ਬਈ ਅੜਿਆ ਗੱਡਾ ਕੱਢਣਾ ਤੇ ਤੂੰ ਹੀ ਕੱਢ ਸਕਦਾ। ਮੈਨੂੰ ਪਤਾ ਵੀ ਤੂੰ ਗੁਰਜੰਟ ਨੂੰ ਮਨਾ ਸਕਦਾ। ਦੱਸ ਤਾਇਆ, ਮੈਂ ਕਿਹੜੇ ਕੰਮ ਆ ਸਕਦਾ? ਤੈਨੂੰ ਪਤਾ ਵੀ ਮੈਂ ਸਦਾ ਗੁਰਜੰਟ ਨੂੰ ਆਪਣਾ ਪੁੱਤ ਸਮਝਿਆ, ਸਦਾ ਹੀ ਇਹਦੇ ਨਾਲ ਖੜਦਾ ਰਿਹਾ। ਇੱਥੋਂ ਤੱਕ ਕਿ ਮੇਰਾ ਆਪਣਾ ਮਨਜਿੰਦਰ ਮੇਰੇ ਨਾਲ ਲੜ ਪੈਂਦਾ ਕਿ ਗੁਰਜੰਟ ਨੂੰ ਮੈਂ ਮੂਹਰੇ ਰੱਖਦਾ, ਪਰ ਗੁਰਜੰਟ ਮੇਰੇ ਨਾਲ ਕਦੇ ਨਹੀਂ ਖੜਿਆ। ਜਦ ਇਹ ਵਿਆਹ ਕਰਾਉਣ ਇੰਡੀਆ ਗਿਆ ਤਾਂ ਨਾ ਇਹਨੇ ਤੇ ਨਾ ਇਹਦੇ ਪਿਓ ਨੇ ਸਾਡੀ ਸਲਾਹ ਪੁੱਛੀ। ਤਾਏ ਦੀ ਗੱਲ ਕਰਦਿਆਂ ਤਾਈ ਆਮਲੇਟ ਬਣਾ ਕੇ ਲੈ ਆਈ। ਪਲੇਟ ਮੇਜ਼ 'ਤੇ ਰੱਖ ਕੇ ਇੱਕ ਪਾਸੇ ਬੈਠ ਗਈ। ਤਾਏ ਨੇ ਪਲ ਕੁ ਰੁਕ ਕੇ ਫਿਰ ਕਿਹਾ, ਤੇਰੀ ਤਾਈ ਦੀ ਸੱਕੀ ਭਤੀਜੀ ਆ, 14 ਪਾਸ, ਖੂਬਸੂਰਤ, ਘਰ ਦੇ ਕੰਮ ਨੂੰ ਸੁੱਗੜ, ਗੁਰਮੀਤ ਤੋਂ 2 ਰਤੀਆਂ ਉੱਪਰ, ਨਾਲੇ ਇਹਦਾ ਘਰ ਸੰਭਾਲੂ ਨਾਲੇ ਇਹਦੀ ਕੁੜੀ। ਤਾਏ ਮਗਰੋਂ ਤਾਈ ਬੋਲੀ, ਸੱਤ ਪੁੱਤ, ਜੇ ਕਿਸੇ ਤਰ੍ਹਾਂ ਹੋ ਸਕਦਾ ਹੈ ਤਾਂ ਜੰਟੇ ਨੂੰ ਮਨਾ ਲੈ, ਤੇਰਾ ਇਹ ਅਹਿਸਾਨ ਜ਼ਿੰਦਗੀ ਭਰ ਚੇਤੇ ਰੱਖਾਂਗੇ। ਹੁਣ ਜੇ ਰੱਬ ਨੇ ਸਬੱਬ ਬਣਾਇਆ ਤੇ ਕਿਉਂ ਨਾ ਇਹਦਾ ਫਾਇਦਾ ਲਈਏ, ਉਹ ਕੁੜੀ ਲੰਘਾ ਲਈਏ। ਸਤ ਪ੍ਰਕਾਸ਼ ਨੂੰ ਲੱਗਿਆ ਜਿਵੇਂ ਗੁਰਮੀਤ ਦੀ ਭਟਕਦੀ ਰੂਹ ਉਹਦੇ ਸਾਹਮਣੇ ਰੂਪਮਾਨ ਹੋ ਆ ਖੜੀ ਹੋਵੇ। ਉਸਨੇ ਮਨ ਹੀ ਮਨ ਕਿਹਾ, ਮੈਨੂੰ ਮਾਫ਼ ਕਰ ਦੇ ਗੁਰਮੀਤ ਭਰਜਾਈ, ਮੈਂ ਆਇਆ ਤਾਂ ਤੇਰਾ ਅਫਸੋਸ ਕਰਨੀ ਸੀ, ਪਰ ਮੈਂ ਕੀ ਕਰਾਂ, ਇਹ ਸਾਰੇ ਆਪਣੇ ਆਪ ਵਿੱਚੋਂ ਗੈਰ ਹਾਜ਼ਰ ਹਨ। ਅਫਸੋਸ ਫਿਰ ਕਦੀ ਕਰ ਲਵਾਂਗਾ ਜਦ ਇਹ ਆਪੇ ਵਿੱਚ ਪਰਤੇ। ਫਿਰ ਉਹ ਸੋਚਣ ਲੱਗਾ ਕਿ ਉਸ ਦਾ ਵੀ ਤਾਂ ਸਬੱਬ ਨਾਲ ਇੰਨੀ ਦੇਰ ਬਾਅਦ ਤਾਏ ਵੱਲ ਗੇੜਾ ਵੱਜਾ ਸੀ, ਫਿਰ ਉਹ ਕਿਉਂ ਨਾ ਇਸ ਗੇੜੇ ਦਾ ਫਾਇਦਾ ਲਵੇ, ਤਾਏ ਦੀਆਂ ਗੱਲਾਂ ਦਾ ਲੁਤਫ ਉਠਾਵੇ। ਉਸਨੇ ਆਪਣਾ ਪੈਗ ਚੁੱਕ ਫੜ ਜਿਹੀ ਮਾਰਦਿਆਂ ਕਿਹਾ, ਤਾਇਆ ਤੂੰ ਫਿਕਰ ਨਾ ਕਰ, ਮੈਂ ਜੰਟੇ ਨੂੰ ਮਨਾਉਂ। ਚੱਲ ਤੂੰ ਕੋਈ ਪਿੰਡ ਦੀ ਗੱਲ ਕਰ, ਰੋਲਿਆਂ ਵਾਲੇ ਸਾਲ ਦੀ ਕੋਈ ਕਹਾਣੀ ਸੁਣਾ।